हाँ जी, गुड मॉर्निंग प्यारे बच्चों। बेटे ਅੱਜ ਆਪਾਂ 18ਵਾਂ ਪਾਠ ਕਰਾਂਗੇ ਸਮੁਦਾਇ ਅਤੇ ਮਨੁੱਖੀ ਲੋੜਾਂ। ਤੁਸੀਂ ਆਪਣੀ ਬੁੱਕ 163 ਨੰਬਰ ਪੇਜ ਤੇ ਖੋਲ ਲਵੋ ਸਾਰੇ। ਇਦੋਂ ਪਹਿਲਾਂ ਵਾਲੇ ਪਾਠ ਮੈਂ ਤੁਹਾਨੂੰ WhatsApp ਤੇ ਵੀ ਸ਼ੇਅਰ ਕਰ ਚੁੱਕੀ ਹਾਂ। ਆਪਣਾ 18ਵਾਂ ਪਾਠ ਰਹਿੰਦਾ ਹੈ ਜੋ ਅਪ੍ਰੈਲ ਮਈ ਦੇ ਸਿਲੇਬਸ ਦੇ ਵਿੱਚ ਹੈ। ਚਲੋ ਆਪਾਂ ਉਹ ਰੀਡ ਕਰੀਏ। ਕਹਿੰਦੇ ਕੀ ਤੁਸੀਂ ਜਾਣਦੇ ਹੋ ਕਿ ਮਨੁੱਖੀ ਜੀਵਨ ਨੂੰ ਸੁਖੀ ਅਤੇ ਖੁਸ਼ਹਾਲ ਬਣਾਉਣ ਲਈ ਇੱਕ ਚੰਗੇ ਸਮਾਜ ਦੀ ਜ਼ਰੂਰਤ ਹੁੰਦੀ ਹੈ। ਅੱਜ ਜਿਸ ਸਮਾਜ ਵਿੱਚ ਅਸੀਂ ਰਹਿ ਰਹੇ ਹਾਂ ਇਹ ਮਨੁੱਖਤਾ ਦੀ ਇੱਕ ਬਹੁਤ ਲੰਬੀ ਜਹਿਦ ਪਿੱਛੋਂ ਹੋਂਦ ਵਿੱਚ ਆਇਆ ਹੈ। ਮਤਲਬ ਸ਼ੁਰੂ 'ਚ ਬੰਦਾ ਇੰਜ ਨਹੀਂ ਰਹਿੰਦਾ ਸੀ, ਉਹਨੇ ਬਹੁਤ ਸਾਰਾ ਵਿਕਾਸ ਕੀਤਾ। ਸਮਾਜ ਵਿੱਚ ਕਈ ਬੁਰਾਈਆਂ ਸੀ, ਉਸ ਨੂੰ ਖਤਮ ਕੀਤਾ, ਜਾਂ ਬਿਲਕੁਲ ਵੀ ਕੋਈ ਟੈਕਨੋਲੋਜੀ ਨਹੀਂ ਸੀ, ਹੌਲੀ ਹੌਲੀ ਉਸ ਨੂੰ ਡਿਵੈਲਪ ਕੀਤਾ। ਪ੍ਰਗਤੀ ਹੋਈ ਇਨਸਾਨ ਦੀ, ਫਿਰ ਅੱਜ ਜੋ ਆਪਾਂ ਹਾਂ ਉਹ ਬਣੇ ਹਾਂ। ਸਮਾਜ ਕਈ ਸਮੁਦਾਇਆਂ ਦੇ ਇਕੱਠ ਤੋਂ ਬਣਦਾ ਹੈ। ਸਮੁਦਾਇ ਪਰਿਵਾਰਾਂ ਦਾ ਪਰਿਵਾਰ ਹੁੰਦਾ ਹੈ ਤੇ ਸਭ ਤੋਂ ਛੋਟੀ ਇਕਾਈ, ਤੁਹਾਨੂੰ ਪ੍ਰਸ਼ਨ ਵੀ ਆਊਗਾ ਕੀ ਹੁੰਦੀ ਹੈ ਸਮੁਦਾਇ ਦੀ? ਪਰਿਵਾਰ। ਜੇਕਰ ਤੁਹਾਨੂੰ ਕੋਈ ਪੁੱਛੇ ਕਿ ਤੁਸੀਂ ਕੌਣ ਹੋ, ਤੁਸੀਂ ਸਭ ਤੋਂ ਪਹਿਲਾਂ ਆਪਣਾ ਨਾਮ, ਫਿਰ ਆਪਣੇ ਘਰ ਦਾ, ਫਿਰ ਸਕੂਲ, ਦੋਸਤਾਂ, ਰਿਸ਼ਤੇਦਾਰਾਂ ਬਾਰੇ ਦੱਸੋਗੇ। ਇਹਨਾਂ ਸਭ ਤੋਂ ਬਿਨਾਂ ਤੁਹਾਡੀ ਆਪਣੀ ਇੱਕ ਵੱਖਰੀ ਹੋਂਦ ਵੀ ਹੈ, ਪਰ ਤੁਸੀਂ ਇਕੱਲੇ ਨਹੀਂ ਰਹਿ ਸਕਦੇ ਕਿਉਂਕਿ ਪਰਮਾਤਮਾ ਵੱਲੋਂ ਇਨਸਾਨ ਹੀ ਇੱਕ ਅਜਿਹਾ ਜੀਵ ਬਣਾਇਆ ਗਿਆ ਹੈ ਜੋ ਸੋਚ ਸਕਦਾ ਹੈ। ਧਰਤੀ 'ਤੇ ਵਸਦੇ ਬਾਕੀ ਸਾਰੇ ਜੀਵ ਜੰਤੂ, ਪਸ਼ੂ ਪੰਛੀਆਂ ਵਿੱਚ ਇਹ ਸੋਚ ਸ਼ਕਤੀ ਨਹੀਂ ਹੁੰਦੀ। ਇਨਸਾਨ ਦੀ ਇਸੇ ਸੋਚ ਸ਼ਕਤੀ ਭਾਵ ਦਿਮਾਗੀ ਸੂਝ ਕਾਰਨ ਸਾਡਾ ਅੱਜ ਦਾ ਵਿਕਸਿਤ ਸਮਾਜ ਹੋਂਦ ਵਿੱਚ ਆਇਆ ਹੈ। ਤੁਹਾਡੀ ਇੱਕ ਵੱਖਰੀ ਹੋਂਦ ਹੋਣ ਦੇ ਬਾਵਜੂਦ ਵੀ ਤੁਸੀਂ ਕਈ ਸਮਾਜਿਕ ਸਮੂਹਾਂ ਜਿਵੇਂ ਕਿ ਪਰਿਵਾਰ, ਸਕੂਲ, ਪਿੰਡ, ਸ਼ਹਿਰ, ਦੇਸ਼ ਆਦਿ ਨਾਲ ਜੁੜੇ ਹੋਏ ਹੋ। ਇਹਨਾਂ ਤੋਂ ਬਿਨਾਂ ਤੁਸੀਂ ਹੋਰ ਵੀ ਸਮੂਹਾਂ ਦੇ ਮੈਂਬਰ ਹੋ। ਜਿਵੇਂ ਕਿ ਅਸੀਂ ਸਾਰੇ ਪੰਜਾਬੀ ਭਾਸ਼ਾ ਬੋਲਦੇ ਹਾਂ, ਇਸ ਲਈ ਅਸੀਂ ਪੰਜਾਬੀ ਭਾਸ਼ਾ ਬੋਲਣ ਵਾਲੇ ਖਾਸ ਸਮੂਹਾਂ ਦੇ ਮੈਂਬਰ ਹਾਂ। ਇਸੇ ਤਰ੍ਹਾਂ ਅਸੀਂ ਸਾਰੇ ਕਿਸੇ ਨਾ ਕਿਸੇ ਧਾਰਮਿਕ ਸਮੂਹ ਦੇ ਮੈਂਬਰ ਵੀ ਹੁੰਦੇ ਹਾਂ। ਮਤਲਬ ਕੋਈ ਨਾ ਕੋਈ ਹੋਰ ਧਰਮ ਹੁੰਦਾ, ਜਿਵੇਂ ਸਿੱਖ ਹੋ ਗਏ, ਹਿੰਦੂ ਹੋ ਗਏ, ਸਾਡਾ ਆਪ ਦਾ ਸਮੂਹ ਹੁੰਦਾ। ਪਰਿਵਾਰ ਬੱਚੇ ਦਾ ਮੁੱਢਲਾ ਅਤੇ ਪਹਿਲਾ ਸਮਾਜ ਹੈ, ਕਿਉਂਕਿ ਜਦੋਂ ਬੱਚਾ ਪੈਦਾ ਹੁੰਦਾ ਹੈ ਜੋ ਕੁਝ ਸਿੱਖਦਾ ਹੈ, ਪਰਿਵਾਰ ਵਿੱਚ ਜੋ ਕੁਝ ਹੁੰਦਾ ਹੈ ਉਹ ਉੱਥੋਂ ਹੀ ਸਿੱਖਦਾ ਹੈ, ਜਿਸ ਵਿੱਚ ਉਹ ਆਪਣੇ ਮਾਤਾ ਪਿਤਾ ਅਤੇ ਭੈਣ ਭਰਾਵਾਂ ਨਾਲ ਰਹਿੰਦਾ ਹੈ। ਪਰਿਵਾਰ ਵਿੱਚ ਹਰ ਬੱਚਾ ਪਿਆਰ ਅਤੇ ਹਮਦਰਦੀ, ਕੁਰਬਾਨੀ, ਸਤਿਕਾਰ, ਭਾਈਚਾਰਾ ਆਦਿ ਗੁਣ ਸਿੱਖਦਾ ਹੈ। ਪਰਿਵਾਰ ਉਹਨਾਂ ਵਿਅਕਤੀਆਂ ਦਾ ਸਮੂਹ ਹੁੰਦਾ ਹੈ ਜੋ ਵਿਆਹ ਸੰਬੰਧਾਂ, ਲਹੂ ਸੰਬੰਧਾਂ ਅਤੇ ਗੋਦ ਲੈਣ ਦੇ ਸੰਬੰਧਾਂ ਕਾਰਨ ਪਰਸਪਰ ਬੰਧਨ ਵਿੱਚ ਜੁੜਦੇ ਹਨ। ਸਕੂਲ, ਪਿੰਡ, ਸ਼ਹਿਰ, ਦੇਸ਼ ਅਤੇ ਸੰਸਾਰ ਆਦਿ ਵੀ ਮਨੁੱਖੀ ਸਮਾਜ ਦੇ ਵਧੇ ਹੋਏ ਰੂਪ ਹੁੰਦੇ ਹਨ। ਇਹਨਾਂ ਤੋਂ ਇਲਾਵਾ ਵੀ ਮਨੁੱਖ ਆਪਣੇ ਜੀਵਨ ਵਿੱਚ ਹੋਰ ਵੀ ਕਈ ਛੋਟੇ ਸਮੂਹਾਂ ਦਾ ਮੈਂਬਰ ਹੁੰਦਾ ਹੈ ਜਿਨ੍ਹਾਂ ਦੇ ਵੱਖ-ਵੱਖ ਉਦੇਸ਼ ਹੁੰਦੇ ਹਨ। ਸਕੂਲ ਜਿੱਥੇ ਬੱਚਾ ਪੜ੍ਹਨ, ਲਿਖਣ ਅਤੇ ਕੋਈ ਹੋਰ ਗੁਣ, ਅਨੁਸ਼ਾਸਨ, ਸਦਭਾਵਨਾ, ਆਗਿਆ ਪਾਲਨ ਆਦਿ ਜਿਹੇ ਗੁਣ ਸਿੱਖਦਾ ਹੈ। ਸਕੂਲ ਵਿੱਚ ਵੀ ਹਰੇਕ ਵਿਦਿਆਰਥੀ ਕਈ ਤਰ੍ਹਾਂ ਦੇ ਸਮੂਹਾਂ ਦਾ ਮੈਂਬਰ ਹੁੰਦਾ ਹੈ। ਹਰ ਬੱਚੇ ਦੇ ਆਪਣੇ ਕੁਝ ਨਜ਼ਦੀਕੀ ਦੋਸਤ ਹੁੰਦੇ ਹਨ। ਇੱਕ ਹੀ ਕਲਾਸ ਦੇ ਵਿੱਚ ਬੱਚਿਆਂ ਦੇ ਦੋਸਤਾਂ ਦੇ ਕਈ ਸਮੂਹ ਹੁੰਦੇ ਹਨ। ਕਈ ਜਮਾਤਾਂ ਮਿਲਾ ਕੇ ਇੱਕ ਸਮੁਦਾਇ, ਸਕੂਲ ਬਣਦਾ ਹੈ। ਇਸੇ ਤਰ੍ਹਾਂ ਕਈ ਰਾਜਾਂ ਨੂੰ ਮਿਲਾ ਕੇ ਇੱਕ ਦੇਸ਼ ਬਣਦਾ ਹੈ। ਕਈ ਕੌਮਾਂ ਨੂੰ ਮਿਲਾ ਕੇ ਸਾਰਾ ਮਨੁੱਖੀ ਸਮਾਜ ਬਣਦਾ ਹੈ, ਜਿਸ ਨੂੰ ਸੰਸਾਰ ਸਮੁਦਾਇ ਕਿਹਾ ਜਾਂਦਾ ਹੈ। ਹੁਣ ਇਹ ਜੀਵਨ ਸ਼ੁਰੂ ਕਿਵੇਂ ਹੋਇਆ ਸੀ? ਕਹਿੰਦੇ ਜ਼ਰਾ ਸੋਚੋ ਕਿ ਅੱਜ ਦਾ ਉੱਨਤ ਸਮਾਜ ਜੋ ਸਾਡੇ ਸਾਹਮਣੇ ਹੈ, ਇਸ ਦਾ ਵਿਕਾਸ ਕਿਵੇਂ ਹੋਇਆ। ਲੱਖਾਂ ਸਾਲ ਪਹਿਲਾਂ ਧਰਤੀ, ਉਪਗ੍ਰਹਿ ਤੇ ਮਨੁੱਖੀ ਜੀਵਨ ਸ਼ੁਰੂ ਹੋਇਆ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਮਨੁੱਖੀ ਸੰਸਕ੍ਰਿਤੀ ਅਤੇ ਸੱਭਿਅਤਾ ਦਾ ਵਿਕਾਸ ਕਈ ਪੜਾਵਾਂ ਵਿੱਚੋਂ ਗੁਜ਼ਰਿਆ ਹੈ। ਮੁੱਢਲੇ ਮਨੁੱਖ ਨੇ ਪ੍ਰਾਚੀਨ ਸਮੇਂ ਵਿੱਚ ਪੱਥਰਾਂ ਦੇ ਹਥਿਆਰ ਬਣਾਏ। ਧਾਤਾਂ ਦੀ ਖੋਜ ਕਰਨ ਪਿੱਛੋਂ ਹਥਿਆਰ ਤਾਂਬਾ, ਕਾਂਸਾ, ਲੋਹੇ ਆਦਿ ਦੇ ਵੀ ਬਣਾਏ ਗਏ। ਮਨੁੱਖੀ ਸਭਿਅਤਾ ਦੇ ਵਿਕਾਸ ਲਈ ਲੋਹੇ ਦੀ ਖੋਜ ਬਹੁਤ ਮਹੱਤਵਪੂਰਨ ਹੈ, ਜਿਸ ਕਾਰਨ ਸ਼ਿਕਾਰ ਕਰਨ ਵਾਲੇ ਹਥਿਆਰ ਪੱਥਰ ਦੀ ਥਾਂ ਤੇ ਲੋਹੇ ਦੇ ਬਣਨ ਲੱਗੇ ਤੇ ਉਹਨਾਂ ਨੂੰ ਮੁਸ਼ਕਲਾਂ ਘਟ ਗਈਆਂ ਕਿਉਂਕਿ ਜਲਦੀ ਸ਼ਿਕਾਰ ਕੀਤਾ ਜਾ ਸਕਦਾ ਸੀ, ਜਿਸ ਕਾਰਨ ਸ਼ਿਕਾਰ ਕਰਨ ਵਾਲੇ ਹਥਿਆਰ ਪੱਥਰ ਦੀ ਥਾਂ ਤੇ ਲੋਹੇ ਦੇ ਬਣਨ ਲੱਗੇ। ਇਸੇ ਤਰ੍ਹਾਂ ਮਨੁੱਖ ਦੁਆਰਾ ਕਈ ਧਾਤਾਂ ਮਿਲਾ ਕੇ ਮਿਸ਼ਰਤ ਧਾਤਾਂ ਤਿਆਰ ਕੀਤੀਆਂ ਗਈਆਂ, ਜਿਸ ਤਰ੍ਹਾਂ ਕਿ ਅੱਜ ਅਸੀਂ ਸਟੀਲ ਦੇ ਰੂਪ ਵਿੱਚ ਵਰਤ ਰਹੇ ਹਾਂ। ਕੁਝ ਚਿਰ ਪਹਿਲਾਂ ਪਲਾਸਟਿਕ ਦੀ ਖੋਜ ਹੋਈ, ਜਿਸ ਤੋਂ ਰੋਜ਼ਾਨਾ ਜੀਵਨ ਲਈ ਬਰਤਨ, ਹਥਿਆਰ, ਖਿਡੌਣੇ,
ਟਾਇਰ ਆਦਿ ਕਈ ਤਰ੍ਹਾਂ ਦੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ। ਪ੍ਰਾਚੀਨ ਇਤਿਹਾਸ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਮਨੁੱਖ ਦਾ ਮੁੱਢਲਾ ਜੀਵਨ ਜੰਗਲੀ ਜੀਵਾਂ ਵਰਗਾ ਸੀ। ਇਸ ਲਾਈਨ ਨੂੰ ਟਿਕ ਕਰੋ। ਆਦਿ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ। ਇਸ ਨੂੰ ਟਿਕ ਕਰੀ ਚੱਲੋ। ਜਿਹੜਾ ਮੈਂ ਬੋਲ ਰਹੀ ਹਾਂ ਪੂਰੇ ਪੈਰੇ 'ਚੋਂ ਇਹ ਆਦਿ ਮਾਨਵ ਦੇ ਜੀਵਨ ਬਾਰੇ ਸਭ ਕੁਝ ਆਊਗਾ। ਤੁਸੀਂ ਇਹਨੂੰ ਪਹਿਲਾਂ ਵੀ ਪੜ੍ਹ ਚੁੱਕੇ ਹੋ, ਨਹੀਂ ਪੜ੍ਹਿਆ ਤਾਂ ਇੱਕ ਵਾਰੀ ਧਿਆਨ ਨਾਲ ਸੁਣ ਲਓ। ਜੰਗਲੀ ਜਾਨਵਰਾਂ, ਪੰਛੀਆਂ ਆਦਿ ਦਾ ਸ਼ਿਕਾਰ ਕਰਨ ਨਾਲੋਂ ਆਪਣਾ ਪੇਟ ਭਰਦਾ ਸੀ। ਮਨੁੱਖਾਂ ਨੇ ਆਪਣੇ ਜੀਵਨ ਵਿੱਚ ਸ਼ਿਕਾਰੀ ਦੇ ਤੌਰ 'ਤੇ ਸ਼ੁਰੂ ਕੀਤਾ, ਮਤਲਬ ਉਸਨੇ ਆਪਣਾ ਜੀਵਨ ਸ਼ਿਕਾਰੀ ਦੇ ਤੌਰ 'ਤੇ ਸ਼ੁਰੂ ਕੀਤਾ। ਫਿਰ ਖਾਦ ਸੰਗ੍ਰਹਿਕ ਵੀ ਕਿਹਾ ਜਾਂਦਾ ਸੀ। ਇਸ ਤੋਂ ਪਿੱਛੋਂ ਪਸ਼ੂਆਂ ਨੂੰ ਪਾਲਤੂ ਜਾਨਵਰਾਂ ਦੀ ਤਰ੍ਹਾਂ ਪਾਲਣਾ ਸ਼ੁਰੂ ਕੀਤਾ, ਮਤਲਬ ਪਸ਼ੂ ਪਾਲਣੇ ਸ਼ੁਰੂ ਕੀਤੇ, ਉਸਦਾ ਧੰਦਾ ਸ਼ੁਰੂ ਕੀਤਾ। ਪਸ਼ੂਆਂ ਤੋਂ ਮਨੁੱਖ ਨੂੰ ਕਈ ਤਰ੍ਹਾਂ ਦੇ ਭੋਜਨ ਮਿਲਣ ਲੱਗੇ। ਇਸ ਸਮੇਂ ਨੂੰ ਪਸ਼ੂ ਪਾਲਣ ਸਟੇਜ ਵੀ ਕਿਹਾ ਜਾਂਦਾ ਸੀ। ਜਦੋਂ ਮਨੁੱਖ ਨੂੰ ਕੁਝ ਵਿਹਲਾ ਸਮਾਂ ਮਿਲਿਆ ਤਾਂ ਉਸਨੇ ਹੋਰ ਪਾਸੇ ਵੀ ਕੁਝ ਸੋਚਣ ਲੱਗਾ, ਜਿਸ ਨਾਲ ਸੱਭਿਅਤਾ ਦਾ ਵਿਕਾਸ ਸ਼ੁਰੂ ਹੋਇਆ। ਪਰ ਉਦੋਂ ਦਾ ਮਨੁੱਖ ਵੀ ਟੱਪਰੀਵਾਸਾਂ ਦੀ ਹੀ ਜ਼ਿੰਦਗੀ ਜਿਉਂਦਾ ਸੀ। ਟੱਪਰੀਵਾਸ ਹੁੰਦੇ ਆ ਜਿਹੜੇ ਇੱਕ ਥਾਂ 'ਤੇ ਟਿੱਕੇ ਨਹੀਂ ਰਹਿੰਦੇ, ਇੱਕ ਥਾਂ ਤੋਂ ਦੂਜੀ ਥਾਂ 'ਤੇ ਤੁਰਦੇ ਫਿਰਦੇ ਰਹਿੰਦੇ ਆ, ਗੜੀਰੇ ਜਿਹਨੂੰ ਬੋਲ ਦਿੰਦੇ ਆ। ਨਵੀਆਂ ਚਾਰਾਗਾਹਾਂ ਦੀ ਭਾਲ ਵਿੱਚ ਇੱਧਰ ਉੱਧਰ ਫਿਰਦਾ ਸੀ। ਕੁਦਰਤੀ ਵਾਤਾਵਰਣ ਤੋਂ ਮਨੁੱਖੀ ਵਾਤਾਵਰਣ। ਹੌਲੀ ਹੌਲੀ ਮਨੁੱਖਾਂ ਦੀ ਜ਼ਿੰਦਗੀ ਗਿਣਤੀ ਵੱਧਦੀ ਗਈ ਅਤੇ ਉਹ ਵੱਖ-ਵੱਖ ਥਾਵਾਂ 'ਤੇ ਝੁੰਡ ਬਣਾ ਕੇ ਰਹਿਣ ਲੱਗੇ। ਮਤਲਬ ਜਿੱਥੇ ਪਾਣੀ ਦੀ ਅਵੇਲੇਬਿਲਿਟੀ ਸੀ, ਜਿੱਥੇ ਵਧੀਆ ਜ਼ਮੀਨ ਮਿਲਦੀ ਸੀ ਤਾਂ ਕਿ ਅਨਾਜ ਉਗਾਇਆ ਜਾ ਸਕਦਾ ਸੀ, ਉੱਥੇ ਹੌਲੀ ਹੌਲੀ ਰਹਿਣ ਲੱਗੇ। ਝੁੰਡ ਜਦੋਂ ਬਣਨ ਲੱਗੇ ਉੱਥੇ ਮੰਡੀਆਂ ਬਣਨ ਲੱਗੀਆਂ। ਇਸ ਤਰ੍ਹਾਂ ਛੋਟੇ ਛੋਟੇ ਪਿੰਡ ਬਣਨ ਲੱਗੇ। ਉਹਨਾਂ ਨੂੰ ਫਸਲਾਂ ਅਤੇ ਅਨਾਜ ਉਗਾ ਕੇ ਖਾਣ ਦਾ ਪਤਾ ਲੱਗਾ, ਜਿਸ ਤੋਂ ਪਿੱਛੋਂ ਖੇਤੀਬਾੜੀ ਦਾ ਧੰਦਾ ਸ਼ੁਰੂ ਹੋਇਆ। ਖੇਤੀਬਾੜੀ ਦਾ ਧੰਦਾ ਸ਼ੁਰੂ ਹੋਣ ਨਾਲ ਇੱਕ ਸੰਗਠਿਤ ਤੇ ਟਿਕਾਊ ਸਮੁਦਾਇ ਜੀਵਨ ਦਾ ਆਰੰਭ ਹੋਇਆ। ਮਤਲਬ ਜਦੋਂ ਆਪਾਂ ਖੇਤੀ ਕਰਾਂਗੇ, ਹੁਣ ਆਪਦੀ ਖੇਤੀ ਕਿਤੇ ਛੱਡ ਕੇ ਥੋੜ੍ਹੀ ਜਾਵਾਂਗੇ। ਫਿਰ ਉੱਥੇ ਹੀ ਘਰ ਵੀ ਬਣਾਏ ਉਹਨਾਂ ਨੇ। ਪਹਿਲਾਂ ਝੌਂਪੜੀਆਂ ਬਣਾਈਆਂ, ਕਾਨੇ ਦੇ ਬਣਾਏ, ਫਿਰ ਉਸ ਤੋਂ ਬਾਅਦ ਹੌਲੀ ਹੌਲੀ ਉਸ ਨੂੰ ਲਿਪਣਾ ਸ਼ੁਰੂ ਕਰ ਦਿੱਤਾ ਮਿੱਟੀ ਦੇ ਨਾਲ। ਉਸ ਯੁੱਗ ਦਾ ਮਨੁੱਖ ਇੱਕ ਥਾਂ 'ਤੇ ਟਿਕ ਕੇ ਰਹਿਣ ਅਤੇ ਫਸਲ ਉਗਾਉਣ ਲੱਗ ਪਿਆ। ਮਨੁੱਖੀ ਪਰਿਵਾਰ ਇਕੱਠੇ ਹੋ ਕੇ ਕੁਝ ਇੱਕ ਥਾਵਾਂ 'ਤੇ ਟਿਕ ਕੇ ਰਹਿਣ ਲੱਗ ਪਏ। ਪਰਿਵਾਰਾਂ ਦੇ ਅਜਿਹੇ ਇਕੱਠ ਨੂੰ ਸਮੁਦਾਇ ਕਿਹਾ ਜਾਂਦਾ ਸੀ। ਇਹ ਲਾਈਨ ਟਿਕ ਕਰ ਲਓ। ਜਿਹੜੇ ਬਾਅਦ ਵਿੱਚ ਵੱਧਦੇ ਪਿੰਡ ਬਣ ਗਏ। ਠੀਕ ਹੈ ਜੀ, ਮੈਂ ਤੁਹਾਨੂੰ ਇਹੀ ਗੱਲ ਹੁਣ ਦੱਸ ਕੇ ਹਟੀ ਹਾਂ। ਖੇਤੀਬਾੜੀ ਧੰਦੇ ਦੇ ਹੋਂਦ ਵਿੱਚ ਆਉਣ ਅਤੇ ਪੇਂਡੂ ਜੀਵਨ ਸ਼ੁਰੂ ਹੋਣ ਤੋਂ ਪਿੱਛੋਂ ਲੋਕਾਂ ਨੇ ਆਪਣੀਆਂ ਵੱਧਦੀਆਂ ਲੋੜਾਂ ਦੀ ਪੂਰਤੀ ਲਈ ਚੀਜ਼ਾਂ ਦੇ ਵਟਾਂਦਰੇ ਦੇ ਰੂਪ ਵਿੱਚ ਵਪਾਰ ਸ਼ੁਰੂ ਕੀਤਾ। ਇਸੇ ਸਮੇਂ ਦੌਰਾਨ ਪਹੀਏ ਦੀ ਖੋਜ ਵੀ ਹੋਈ, ਜਿਹਦੇ ਨਾਲ ਆਵਾਜਾਈ ਦੇ ਸਾਧਨਾਂ ਦੇ ਵਿੱਚ ਬਹੁਤ ਵਿਕਾਸ ਹੋਇਆ। ਪਹੀਏ ਦੀ ਖੋਜ ਦੇ ਆਪਾਂ ਪਹਿਲਾਂ ਵੀ ਇਹ ਚੀਜ਼ ਦੇਖੀ ਹੈ ਕਿ ਪਹਿਲਾਂ ਛੱਕੜਾ ਹੁੰਦਾ ਸੀ ਜਿੱਥੇ ਪਹੀਏ ਨਹੀਂ ਲੱਗੇ ਹੁੰਦੇ ਸੀ, ਖਿੱਚ ਕੇ ਲੈ ਕੇ ਜਾਂਦੇ ਸੀ। ਜਦੋਂ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗਾ ਕਿ ਲੱਕੜ ਜੇ ਗੋਲ ਹੈ ਉਹ ਰੁੜਦੀ ਜਲਦੀ ਹੈ, ਜਦੋਂ ਲੱਕੜ ਤੋਂ ਫਿਰ ਹੌਲੀ ਹੌਲੀ ਉਹ ਪਹੀਏ ਦਾ ਰੂਪ ਵੀ ਬਦਲਦਾ ਗਿਆ, ਉਦੋਂ ਉਹਨਾਂ ਨੂੰ ਆਸਾਨੀ ਹੋ ਗਈ, ਆਵਾਜਾਈ ਦਾ ਸਾਧਨ ਸੌਖਾ ਹੋ ਗਿਆ। ਮਤਲਬ ਇੱਕ ਥਾਂ ਤੋਂ ਦੂਜੀ ਥਾਂ 'ਤੇ ਚੀਜ਼ ਨੂੰ ਭੇਜਣਾ ਜਾਂ ਲਿਆਉਣਾ ਸੌਖਾ ਹੋ ਗਿਆ। ਫਿਰ ਸੀ ਅੱਗ ਦੀ ਖੋਜ। ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਦੋ ਪੱਥਰਾਂ ਨੂੰ ਮੰਨਿਆ ਜਾਂਦਾ ਹੈ ਕਿ ਰਗੜ ਕੇ ਅੱਗ ਦੀ ਖੋਜ ਹੋਈ ਹੋਵੇਗੀ, ਉਸਨੂੰ ਪਤਾ ਲੱਗਿਆ ਹੋਵੇਗਾ। ਫਿਰ ਮਾਸ ਡਿੱਗ ਪਿਆ ਹੋਊਗਾ ਅੱਗ ਦੇ ਵਿੱਚ, ਉਹਨੂੰ ਵਧੀਆ ਲੱਗਿਆ ਹੋਊਗਾ ਕਿ ਕੱਚੇ ਨਾਲੋਂ ਅੱਗ ਦੇ ਵਿੱਚ ਜਿਹੜਾ ਸੁੱਟਿਆ ਹੋਇਆ ਮਾਸ ਹੈ ਉਹ ਜ਼ਿਆਦਾ ਟੇਸਟੀ ਹੁੰਦਾ ਹੈ। ਠੀਕ ਹੈ, ਮਤਲਬ ਜਿਵੇਂ ਜਿਵੇਂ ਸੰਭਾਵਨਾਵਾਂ ਹੈ, ਇਹ ਆਪਾਂ ਦੇਖਿਆ ਤਾਂ ਨਹੀਂ ਨਾ, ਆਪਾਂ ਇਹ ਚੀਜ਼ਾਂ ਦੀ ਸੰਭਾਵਨਾਵਾਂ ਹੈ ਕਿ ਇਹ ਇੰਜ ਕਰਕੇ ਪ੍ਰੋਗਰੈਸ ਹੋਈ ਹੋਵੇਗੀ। ਅੱਗ ਦੀ ਕਾਢ ਹੋਣ ਪਿੱਛੋਂ ਮਨੁੱਖ ਨੇ ਆਪਣਾ ਭੋਜਨ ਵੀ ਕਈ ਢੰਗਾਂ ਨਾਲ ਪਕਾ ਕੇ ਖਾਣਾ ਸ਼ੁਰੂ ਕਰ ਦਿੱਤਾ। ਮਨੁੱਖੀ ਦਿਮਾਗ ਦੇ ਵਿਕਾਸ ਦੇ ਨਾਲ ਮਨੁੱਖੀ ਜ਼ਰੂਰਤਾਂ ਵੀ ਵੱਧਦੀਆਂ ਗਈਆਂ, ਜਿਸ ਕਾਰਨ ਤਰਖਾਨਾਂ, ਲੋਹਾਰਾਂ, ਦੁਕਾਨਦਾਰੀ, ਵਪਾਰ ਆਦਿ ਜਿਹੇ ਕਈ ਧੰਦੇ ਹੋਂਦ ਵਿੱਚ ਆਏ। ਇਸ ਦੇ ਆਧਾਰ 'ਤੇ ਸਮਾਜ ਦੇ ਵਿੱਚ ਕਈ ਸਮੂਹ ਬਣ ਗਏ। ਸਮਾਜ ਵੱਡਾ ਹੁੰਦਾ ਗਿਆ। ਸਮਾਜ ਵਿੱਚ ਵੱਖ-ਵੱਖ ਸਮੂਹਾਂ ਦੀ ਆਪਸੀ ਨਿਰਭਰਤਾ ਵਧਣ ਨਾਲ ਸ਼ਹਿਰੀਕਰਨ ਦਾ ਮੁੱਢ ਬੱਝਿਆ। ਜੀਵਨ ਨੂੰ ਵਧੇਰੇ ਸੁਖਾਵਾਂ ਬਣਾਉਣ ਲਈ ਮਨੁੱਖੀ ਲੋੜਾਂ ਦੇ ਵਾਧੇ ਨਾਲ ਕਈ ਤਰ੍ਹਾਂ ਦੇ ਹੁਨਰਾਂ ਅਤੇ ਦਸਤਕਾਰੀ ਦਾ ਵੀ ਵਿਕਾਸ ਹੋਇਆ। ਮਿੱਟੀ ਦੇ ਭਾਂਡੇ ਬਣਾਉਣਾ, ਚਮੜਾ ਰੰਗਣਾ, ਕੱਪੜੇ ਬਣਾਉਣਾ, ਬੁਣਨਾ, ਲੋਹਾਰ ਅਤੇ ਤਰਖਾਣ ਦੇ ਕੰਮ ਵੀ ਹੋਂਦ ਵਿੱਚ ਆਏ। ਸਮੇਂ ਨਾਲ ਮਨੁੱਖ ਨੇ ਆਪਣੀ ਲੋੜ ਤੋਂ ਵਾਧੂ ਅਨਾਜ ਉਗਾਉਣਾ ਅਤੇ ਸਾਂਭ ਕੇ ਰੱਖਣਾ ਸ਼ੁਰੂ ਕੀਤਾ। ਇਸ ਨਾਲ ਹੋਰ ਕਾਫੀ ਵਿਹਲਾ ਸਮਾਂ ਮਿਲਿਆ। ਜਿਸ ਸਮੇਂ ਵਿੱਚ ਕਈ ਕਲਾਵਾਂ ਜਿਹਾ ਕਿ ਤਸਵੀਰ ਬਣਾਉਣਾ, ਸੰਗੀਤ, ਬੁੱਤ ਤਰਾਸ਼ੀ, ਭਵਨ ਕਲਾ ਦਾ ਨਿਰਮਾਣ ਅਤੇ ਵਿਕਾਸ ਹੋਇਆ। ਹੁਣ ਮਨੁੱਖ ਧਾਤਾਂ ਤੋਂ ਵੀ ਕਈ ਸਜਾਵਟ ਦੀਆਂ ਚੀਜ਼ਾਂ ਅਤੇ ਗਹਿਣੇ ਬਣਾਉਣੇ ਸ਼ੁਰੂ ਕਰ ਦਿੱਤੇ। ਜਨਸੰਖਿਆ ਦੇ ਵਧਣ ਨਾਲ ਪਰਿਵਾਰ ਦੇ ਸਮੂਹ ਹੋਰ ਵੀ ਵੱਡੇ ਹੋਣ ਲੱਗੇ, ਜਿਸ ਕਾਰਨ ਸਮਾਜ ਨੂੰ ਸੰਗਠਿਤ ਕਰਨ ਦੀ ਲੋੜ ਮਹਿਸੂਸ ਹੋਈ। ਸੰਗਠਿਤ ਸਮਾਜ ਬਣਾਉਣ ਲਈ ਸਮਾਜ ਛੋਟੇ-ਛੋਟੇ ਸੰਗਠਿਤ ਸਮੂਹਾਂ ਵਿੱਚ ਵੰਡਿਆ ਗਿਆ, ਜਿਸ ਨੂੰ ਰਾਜ ਕਿਹਾ ਜਾਂਦਾ ਸੀ, ਤੇ ਰਾਜ ਦਾ ਪ੍ਰਬੰਧ ਸੰਭਾਲਣ ਲਈ ਰਾਜ ਸਰਕਾਰ ਬਣਾਈ ਗਈ।
ਕਸਬਿਆਂ ਤੋਂ ਪਿੱਛੋਂ ਹੌਲੀ-ਹੌਲੀ ਵਧੇਰੇ ਵਿਕਸਿਤ ਸ਼ਹਿਰ ਬਣਨ ਲੱਗੇ। ਵਿਗਿਆਨ ਤੇ ਤਕਨੀਕੀ ਗਿਆਨ ਵਧਣ ਨਾਲ ਸਮਾਜ ਦੀ ਬਹੁਪੱਖੀ ਤਰੱਕੀ ਸ਼ੁਰੂ ਹੋ ਗਈ। ਜੀਵਨ ਹੋਰ ਵੀ ਸੌਖਾ, ਖੁਸ਼ਹਾਲ, ਸੁਖਮਈ ਬਣ ਗਿਆ। ਲੋਕ ਐਸ਼ਪ੍ਰਸਤ ਹੋਣ ਲੱਗੇ। ਸੋ ਇੱਕ ਸ਼ਿਕਾਰੀ ਮਨੁੱਖ ਤੋਂ ਲੈ ਕੇ ਹੁਣ ਤੱਕ ਦੇ ਮਨੁੱਖ ਦਾ ਇਤਿਹਾਸ ਬੜਾ ਲੰਬਾ ਤੇ ਹੈਰਾਨੀਜਨਕ ਹੈ। ਇਸ ਤਰ੍ਹਾਂ ਕੁਦਰਤੀ ਵਾਤਾਵਰਣ ਵਿੱਚ ਵਿਚਰਦਾ ਹੋਇਆ ਮਨੁੱਖ ਹੌਲੀ-ਹੌਲੀ ਆਪਣੀ ਸੋਚ ਸ਼ਕਤੀ ਦੀ ਵਰਤੋਂ ਕਰਦਾ ਅੱਜ ਦੇ ਤਕਨੀਕੀ ਯੁੱਗ ਤੱਕ ਪਹੁੰਚ ਗਿਆ ਹੈ, ਜਿਸ ਨਾਲ ਆਧੁਨਿਕ ਸਮਾਜ ਦਾ ਜਨਮ ਹੋਇਆ। ਜਿੱਥੇ ਕੁਦਰਤ ਨੇ ਇਨਸਾਨ ਲਈ ਕੁਦਰਤੀ ਸਾਧਨਾਂ ਦੀ ਭਰਮਾਰ ਬਖਸ਼ੀ ਹੈ, ਉੱਥੇ ਮਨੁੱਖ ਨੇ ਇਹਨਾਂ ਭੰਡਾਰਾਂ ਦੀ ਯੋਗ ਵਰਤੋਂ ਕਰਕੇ ਮਨੁੱਖੀ ਜੀਵਨ ਲਈ ਕਈ ਤਰ੍ਹਾਂ ਦੀਆਂ ਸਹੂਲਤਾਂ ਪੈਦਾ ਕੀਤੀਆਂ ਹਨ। ਤੁਸੀਂ ਜਾਣਦੇ ਹੋ ਕਿ ਇਨਸਾਨ ਨੇ ਕੁਦਰਤੀ ਵਾਤਾਵਰਣ ਵਿੱਚ ਕਿੰਨੀਆਂ ਤਬਦੀਲੀਆਂ ਕੀਤੀਆਂ ਅਤੇ ਅਜੇ ਵੀ ਇਸ ਦਾ ਤਕਨੀਕੀ ਵਿਕਾਸ ਜਾਰੀ ਹੈ। ਬਾਕੀ ਸਭ ਤਰ੍ਹਾਂ ਦੇ ਵਿਕਾਸ ਦੀ ਤਰ੍ਹਾਂ ਮਨੁੱਖੀ ਜੀਵਨ ਵਿੱਚ ਕੁਝ ਰੀਤੀ ਰਿਵਾਜਾਂ, ਵਿਚਾਰਾਂ, ਕਦਰਾਂ ਕੀਮਤਾਂ, ਪਰੰਪਰਾਵਾਂ ਦਾ ਵਿਕਾਸ ਹੁੰਦਾ ਹੈ। ਸਮੇਂ ਦੇ ਬੀਤਣ ਦੇ ਨਾਲ ਇਹ ਸਭ ਰੀਤੀ ਰਿਵਾਜ, ਪਰੰਪਰਾਵਾਂ ਸਾਡੇ ਇਤਿਹਾਸ ਦੇ ਸੱਭਿਆਚਾਰਕ ਵਿਰਸੇ ਦਾ ਰੂਪ ਲੈ ਲੈਂਦੀਆਂ ਹਨ। ਹੁਣ ਆਪਾਂ ਦੇਖਣਾ ਹੈ ਕਿ ਸਮੁਦਾਇਕ ਜੀਵਨ ਦੀ ਲੋੜ ਕੀ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਮੁਦਾਇ ਦੀ ਜ਼ਰੂਰਤ ਇਸ ਲਈ ਹੈ ਕਿਉਂਕਿ ਮਨੁੱਖ ਇਕੱਲਾ ਨਹੀਂ ਰਹਿ ਸਕਦਾ। ਮਨੁੱਖ ਨੂੰ ਸਮਾਜਿਕ ਪ੍ਰਾਣੀ ਕਿਹਾ ਜਾਂਦਾ ਹੈ, ਜਿਹਨੂੰ ਆਪਾਂ ਇੰਗਲਿਸ਼ ਵਿੱਚ ਸੋਸ਼ਲ ਐਨੀਮਲ ਕਹਿੰਦੇ ਹਾਂ। ਮਨੁੱਖ ਆਪਣੇ ਸੁਭਾਅ ਅਤੇ ਲੋੜਾਂ ਦੀ ਪੂਰਤੀ ਕਰਨ ਇੱਕ ਸਮਾਜਿਕ ਜੀਵ ਹੈ। ਮੋਟੇ ਤੌਰ 'ਤੇ ਸ਼ਹਿਰੀ ਲੋਕ ਆਪਣੇ ਭੋਜਨ ਲਈ ਪੇਂਡੂ ਕਿਸਾਨ 'ਤੇ ਨਿਰਭਰ ਕਰਦਾ ਹੈ ਅਤੇ ਪੇਂਡੂ ਲੋਕ ਸ਼ਹਿਰਾਂ ਵਿੱਚ ਰੋਜ਼ਾਨਾ ਲੋੜਾਂ ਦੀਆਂ ਲਈ ਵਰਤੋਂ ਬਣਾਈਆਂ ਜਾਣ ਵਾਲੀਆਂ ਚੀਜ਼ਾਂ ਕਾਰਨ ਸ਼ਹਿਰੀ ਸਮਾਜ 'ਤੇ ਨਿਰਭਰ ਕਰਦਾ ਹੈ। ਇਸੇ ਤਰ੍ਹਾਂ ਹੀ ਅੱਜ ਦੇ ਵਿਸ਼ਵ ਵਿਆਪੀ ਸੰਸਾਰ ਵਿੱਚ ਵੀ ਸਾਰੇ ਦੇਸ਼ ਕਿਸੇ ਨਾ ਕਿਸੇ ਪੱਖੋਂ ਦੂਸਰੇ ਦੇਸ਼ਾਂ 'ਤੇ ਨਿਰਭਰ ਕਰਦੇ ਹੈ। ਭਾਵ ਸਾਰੇ ਸੰਸਾਰ ਦਾ ਸਮਾਜ ਹੀ ਕਿਸੇ ਨਾ ਕਿਸੇ ਪੱਖੋਂ ਅੰਤਰ ਨਿਰਭਰ ਹੈ। ਇਸ ਲਈ ਸਮਾਜ ਦੀ ਮਨੁੱਖ ਨੂੰ ਹਰ ਪੱਧਰ 'ਤੇ ਜ਼ਰੂਰਤ ਹੈ। ਸਮਾਜ ਜਾਂ ਸਮੁਦਾਇ ਇੱਕ ਥਾਂ 'ਤੇ ਰਹਿਣ ਵਾਲੇ ਸਾਂਝੇ ਉਦੇਸ਼ ਵਾਲੇ ਸੰਗਠਿਤ ਸਮੂਹ ਨੂੰ ਕਿਹਾ ਜਾਂਦਾ ਹੈ। ਲਾਈਨ ਟਿਕ ਕਰ ਲਓ। ਮਤਲਬ ਕੀ ਹੈ ਕਿ ਸਮਾਜ ਕੀ ਹੈ? ਇੱਕ ਥਾਂ 'ਤੇ ਰਹਿਣ ਵਾਲੇ ਸਾਂਝੇ ਉਦੇਸ਼ ਵਾਲੇ ਮਤਲਬ ਹਰੇਕ ਨੇ ਆਪਦਾ ਜੀਵਨ ਜਿਉਣਾ ਇੱਕ ਦੂਜੇ ਦੀ ਮਦਦ ਲੈ ਕੇ। ਦੂਸਰੇ ਸ਼ਬਦਾਂ ਵਿੱਚ ਆਪਾਂ ਕੀ ਕਹਿ ਸਕਦੇ ਹਾਂ ਕਿ ਸਮਾਜ ਵਿੱਚ ਉਹ ਸਾਰੇ ਲੋਕ ਹੁੰਦੇ ਹਨ ਜਿਨ੍ਹਾਂ ਦਾ ਸਾਡੇ ਜੀਵਨ 'ਤੇ ਪ੍ਰਭਾਵ ਪੈਂਦਾ ਹੈ। ਭਾਵੇਂ ਉਹ ਲੋਕ ਸਾਡੇ ਦੇਸ਼ ਵਿੱਚ ਹੋਣ ਜਾਂ ਬਾਹਰ ਹੋਣ, ਗਵਾਂਢੀ ਹੋਣ, ਪਿੰਡ, ਦੇਸ਼ ਜਾਂ ਵਿਦੇਸ਼ੀ ਸਮਾਜ ਵਿੱਚ ਹੋਣ, ਜਿਨ੍ਹਾਂ ਦਾ ਸਾਡੇ ਨਾਲ ਹਰ ਰੋਜ਼ ਵਾਹ ਪੈਂਦਾ ਹੈ, ਉਹ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਹਨ। ਕਿਉਂਕਿ ਸਮਾਜ ਸਾਨੂੰ ਘਰ ਅਤੇ ਸੁਰੱਖਿਆ ਪ੍ਰਦਾਨ ਕਰਦਾ ਹੈ, ਹਰ ਤਰ੍ਹਾਂ ਦੀ ਚੀਜ਼ ਪ੍ਰਦਾਨ ਕਰਦਾ ਹੈ। 4 ਪੁਆਇੰਟ ਦਿੱਤੇ ਹੋਏ ਆ ਬੇਟੇ, ਕੱਪੜਾ, ਭੋਜਨ, ਮਕਾਨ, ਹੋਰ ਲੋੜਾਂ ਹੁੰਦੀਆਂ ਸਾਡੀਆਂ ਉਹ ਪੂਰੀਆਂ ਕਰਦਾ ਹੈ। ਸਾਡੇ ਮਨ ਵਿੱਚ ਜੇ ਕੋਈ ਗੱਲ ਹੁੰਦੀ ਹੈ ਤਾਂ ਅਸੀਂ ਕਿਸੇ ਹੋਰ ਨਾਲ ਸ਼ੇਅਰ ਕਰ ਲੈਂਦੇ ਹਾਂ, ਆਦਾਨ ਪ੍ਰਦਾਨ ਕਰਦੇ ਹਾਂ ਸਾਡੇ ਵਿਚਾਰ, ਗਿਆਨ। ਉਹਦੇ ਨਾਲ ਸਾਡੀ ਦਿਮਾਗ ਨੂੰ ਹੋਰ ਪਤਾ ਲੱਗਦਾ ਹੈ, ਹੋਰ ਟੈਕਨੋਲੋਜੀ ਦਾ ਪਤਾ ਲੱਗਦਾ ਹੈ, ਸਾਡੀ ਸੋਚ ਹੋਰ ਵੱਧਦੀ ਹੈ। ਚੌਥਾ ਪੁਆਇੰਟ, ਸਾਡੇ ਵਿੱਚ ਲੋੜੀਂਦੀਆਂ ਕਦਰਾਂ ਕੀਮਤਾਂ ਅਤੇ ਗੁਣਾਂ ਦਾ ਵਿਕਾਸ ਹੁੰਦਾ ਹੈ। ਦੇਸ਼, ਕੌਮ ਅਤੇ ਸਮੁਦਾਇ ਲਈ ਸਾਡੇ ਕੀ ਫਰਜ਼ ਹਨ? ਸਭ ਨੂੰ ਪਤਾ ਹੁੰਦੇ ਇਹ ਫਰਜ਼। ਸਕੂਲੇ ਰਹਿੰਦੇ ਵੀ ਸਾਨੂੰ ਪਤਾ ਸਾਡੇ ਸਕੂਲ ਦੇ ਲਈ ਕੀ ਫਰਜ਼ ਹੈ। ਜੇ ਅਸੀਂ ਘਰੇ ਹਾਂ ਤਾਂ ਸਾਡੇ ਕੀ ਫਰਜ਼ ਹੈ। ਪਰਿਵਾਰ ਸਾਡੀਆਂ ਮੁੱਢਲੀਆਂ ਲੋੜਾਂ ਅਤੇ ਸਮਾਜ ਸਾਡੀਆਂ ਸਾਂਝੀਆਂ ਲੋੜਾਂ ਦੀ ਪੂਰਤੀ ਲਈ ਹੋਂਦ ਵਿੱਚ ਆਏ ਹਨ। ਪਰਿਵਾਰ ਵਿੱਚ ਅਸੀਂ ਆਪਣੇ ਮਾਤਾ ਪਿਤਾ 'ਤੇ ਨਿਰਭਰ ਕਰਦੇ ਹਾਂ, ਸਕੂਲ ਵਿੱਚ ਅਸੀਂ ਆਪਣੇ ਅਧਿਆਪਕਾਂ 'ਤੇ ਨਿਰਭਰ ਕਰਦੇ ਹਾਂ ਅਤੇ ਸਾਡੇ ਸਾਰਿਆਂ ਦੇ ਸਮੂਹ ਨਾਲ ਹੀ ਸਮਾਜ ਬਣਦਾ ਹੈ। ਇਹ ਸਮਾਜ ਮਨੁੱਖ ਦੀ ਭਲਾਈ ਲਈ ਹੋਂਦ ਵਿੱਚ ਆਇਆ, ਭਾਵ ਮਨੁੱਖੀ ਜੀਵਨ ਸਮਾਜ ਤੋਂ ਬਿਨਾਂ ਸੰਭਵ ਹੀ ਨਹੀਂ ਹੈ। ਅਸੀਂ ਇੱਕ ਦੂਜੇ ਨਾਲ ਗੱਲ ਨਾ ਕਰਦੇ ਹੋਈਏ, ਅਸੀਂ ਇੱਕ ਦੂਜੇ ਦਾ ਨਾ ਸੁਣੀਏ, ਨਾ ਸਾਨੂੰ ਪਤਾ ਹੋਵੇ ਕਿਸੇ ਦਾ ਕੀ ਕਰਨਾ, ਕਿਸੇ ਤੋਂ ਕੀ ਚੀਜ਼ ਲੈਣੀ ਹੈ, ਅਸੀਂ ਆਪਦਾ ਜੀਵਨ ਜਿਉ ਹੀ ਨਹੀਂ ਸਕਦੇ। ਅਸੀਂ ਸਾਰੇ ਆਪਣੇ ਪਰਿਵਾਰ, ਸਕੂਲ, ਪਿੰਡ, ਸ਼ਹਿਰ ਜਾਂ ਬਾਕੀ ਦੇ ਸਮਾਜ ਦੀ ਭਲਾਈ ਲਈ ਕੁਝ ਨਾ ਕੁਝ ਕਰਦੇ ਹਾਂ। ਇੱਕ ਦੂਜੇ ਨਾਲ ਮਿਲ ਵਰਤਨ ਨਾਲ ਰਹਿੰਦੇ ਹਾਂ। ਆਪਣੇ ਸੁੱਖ ਦੁੱਖ ਵੀ ਆਪਣੇ ਸਮਾਜ ਵਿੱਚ ਰਹਿੰਦੇ ਹੋਏ ਇੱਕ ਦੂਜੇ ਨਾਲ ਸਾਂਝੇ ਕਰਦੇ ਹਾਂ। ਅਸੀਂ ਸਾਰੇ ਆਪਣੇ ਸਮੁਦਾਇ ਦਾ ਅਨਿੱਖੜਵਾਂ ਅੰਗ ਹਾਂ। ਜਦੋਂ ਸਾਨੂੰ ਆਪਣੇ ਸਮੁਦਾਇ, ਸਮਾਜ ਜਾਂ ਆਪਣੇ ਕੌਮ ਕੋਲੋਂ ਇੰਨਾ ਕੁਝ ਮਿਲਦਾ ਹੈ ਤਾਂ ਸਾਡੇ ਵੀ ਫਰਜ਼ ਹੈ ਕਿ ਅਸੀਂ ਆਪਣੇ ਸਮਾਜ ਪ੍ਰਤੀ ਆਪਣੇ ਫਰਜ਼ ਨਿਭਾਈਏ। ਸਾਡਾ ਫਰਜ਼ ਹੈ ਕਿ ਲਾਈਨ ਟਿਕ ਕਰ ਲਓ, ਅਸੀਂ ਆਪਣੇ ਸਮਾਜ ਪ੍ਰਤੀ ਵਫਾਦਾਰ ਰਹੀਏ, ਇੱਕ ਲਾਹੇਵੰਦ ਨਾਗਰਿਕ ਬਣੀਏ। ਸਾਨੂੰ ਆਪਣੀ ਸਰਕਾਰ ਦੁਆਰਾ ਲਗਾਏ ਗਏ ਜਾਂਦੇ ਟੈਕਸ ਇਮਾਨਦਾਰੀ ਨਾਲ ਅਦਾ ਕਰਨੇ ਚਾਹੀਦੇ ਹਨ ਤਾਂ ਕਿ ਦੇਸ਼ ਦੀ ਤਰੱਕੀ ਹੋ ਸਕੇ। ਇਸ ਤਰ੍ਹਾਂ ਦੇਸ਼ ਦੀ ਰੱਖਿਆ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਇੱਕ ਚੰਗਾ ਇਨਸਾਨ ਬਣਨ ਲਈ ਸਾਨੂੰ ਆਪਣੇ ਸਮਾਜ ਦੇ ਚੰਗੇ ਨਾਗਰਿਕ ਬਣਨਾ ਜ਼ਰੂਰੀ ਹੈ। ਸਾਡਾ ਫਰਜ਼ ਹੈ ਕਿ ਚੰਗੇ ਭਾਰਤੀ ਬਣ ਕੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਵੱਧ ਤੋਂ ਵੱਧ ਹਿੱਸਾ ਪਾਈਏ। ਸਮਾਜਿਕ ਤੇ ਕੁਦਰਤੀ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਈਏ। ਬਹੁਤ ਇੰਪੋਰਟੈਂਟ ਪੁਆਇੰਟ ਹੈ।
ਅੱਗੇ ਭਾਰਤੀ ਸੱਭਿਆਚਾਰਕ ਭਿੰਨਤਾਵਾਂ। ਦੇਖੋ ਰਾਜੇ, ਸੱਭਿਅਤਾਵਾਂ ਜਦੋਂ ਲੋਕ ਅਲੱਗ-ਅਲੱਗ ਹੋਣਗੇ, ਸੱਭਿਅਤਾਵਾਂ ਵੀ ਅਲੱਗ-ਅਲੱਗ ਹੋਣਗੀਆਂ। ਭਿੰਨਤਾਵਾਂ ਹੁੰਦਾ ਵੱਖਰੇਵਾਂ। ਕਿਤੇ ਪਹਾੜ ਹੈ, ਕਿਤੇ ਪਠਾਰ ਹੈ, ਕਿਤੇ ਮੈਦਾਨ ਹੈ, ਕਿਤੇ ਸਮੁੰਦਰ ਹੈ, ਕਿਤੇ ਰੇਗਿਸਤਾਨ ਹੈ। ਜਲਵਾਯੂ ਵੀ ਡਿਫਰੈਂਟ ਹੁੰਦਾ ਹੈ। ਅਸੀਂ ਖਾਂਦੇ ਪੀਂਦੇ ਵੀ ਅਲੱਗ ਹੈ, ਪਹਿਰਾਵਾ ਵੀ ਸਾਡਾ ਅਲੱਗ ਹੈ, ਬੋਲੀ ਵੀ ਅਲੱਗ ਹੈ, ਮੌਸਮ ਵੀ ਅਲੱਗ ਹੈ, ਰੀਤੀ ਰਿਵਾਜ, ਸਾਡੇ ਗੀਤ ਨਾਚ, ਸਭ ਕੁਛ ਭਿੰਨਤਾਵਾਂ ਹਨ। ਮੈਂ ਪੈਰਾ ਪੜ੍ਹ ਨਹੀਂ ਰਹੀ, ਮੈਂ ਸਾਰਾ ਪੜ੍ਹਤਾ। ਇਹ ਸਾਰੀਆਂ ਭਿੰਨਤਾਵਾਂ ਦੇ ਬਾਵਜੂਦ ਵੀ ਅਸੀਂ ਕੀ ਕਹਿੰਦੇ ਹਾਂ, ਅਸੀਂ ਕੀ ਹਾਂ, ਅਸੀਂ ਭਾਰਤ ਵਾਸੀ ਹਾਂ। ਅਤੇ ਸਾਡੀ ਪਹਿਚਾਣ ਕਿਹਦੇ ਨਾਲ ਹੁੰਦੀ ਹੈ? ਭਾਰਤ ਦੇ ਨਾਲ ਹੁੰਦੀ ਹੈ। ਫੋਟੋ ਦੇ ਨੀਚੇ ਦੇਖੋ ਜਿਹੜੀਆਂ 2 ਲਾਈਨਸ ਹੈ, ਉੱਥੋਂ ਰੀਡ ਕਰਨ ਲੱਗੀ ਹਾਂ ਮੈਂ। ਸਾਡੇ ਦੇਸ਼ ਨੂੰ ਭਿੰਨਤਾਵਾਂ ਵਿੱਚ ਏਕਤਾ ਵਾਲਾ ਦੇਸ਼ ਕਿਹਾ ਜਾਂਦਾ ਹੈ। ਇਹ ਲਾਈਨ ਟਿਕ ਕਰੋ। ਇਹ ਏਕਤਾ ਭਾਵਨਾਵਾਂ ਅਤੇ ਅਹਿਸਾਸਾਂ ਦੀ ਹੈ। ਹਰ ਭਾਰਤੀ ਨੂੰ ਆਪਣੇ ਦੇਸ਼ ਦੀ ਏਕਤਾ 'ਤੇ ਗੌਰਵ ਹੈ, ਮਤਲਬ ਮਾਣ ਹੈ। ਸਮਾਜਿਕ ਵਿਗਿਆਨ ਦੇ ਵਿਸ਼ੇ 'ਤੇ ਅਧਿਐਨ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਦੇਸ਼ ਦੇ ਵਿਕਾਸ ਵਿੱਚ ਵੱਖ-ਵੱਖ ਸਮੂਹਾਂ ਭਿੰਨਤਾਵਾਂ ਦੇ ਬਾਵਜੂਦ ਵੀ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਸ ਸੱਭਿਆਚਾਰਕ ਸਾਂਝ ਦੇ ਮਹੱਤਵ ਨੂੰ ਸਮਝਣ ਲਈ ਨਾਲ ਹੀ ਸਾਡੇ ਵਿੱਚ ਦੇਸ਼ ਪਿਆਰ ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਹੁੰਦੀ ਹੈ। ਅਸੀਂ ਸਾਰੇ ਭਾਰਤੀ ਆਪਣੇ ਅਮੀਰ ਸੱਭਿਆਚਾਰ, ਵਿਰਸੇ ਅਤੇ ਫਖਰ ਮਹਿਸੂਸ ਕਰਦੇ ਹਾਂ। ਸਾਨੂੰ ਬਹੁਤ ਮਾਣ ਹੁੰਦਾ ਕਿ ਸਾਡਾ ਬਹੁਤ ਵਧੀਆ ਕਲਚਰ ਹੈ। ਹੁਣ ਤੁਸੀਂ ਇਹ ਚੈਪਟਰ ਪੂਰਾ ਦੁਬਾਰਾ ਰੀਡ ਕਰਨਾ ਹੈ ਤਾਂ ਕਿ ਤੁਹਾਨੂੰ ਪੂਰਾ ਕਲੈਰਿਟੀ ਹੋ ਜਾਏ। ਬਹੁਤ ਈਜ਼ੀ ਚੈਪਟਰ ਹੈ, ਬਹੁਤ ਕਲੀਅਰਲੀ ਤੁਹਾਨੂੰ ਸਮਝਾਇਆ ਮੈਂ। ਯਾਦ ਰੱਖਣ ਯੋਗ ਚੀਜ਼ਾਂ ਤੁਸੀਂ ਪੜ੍ਹੋਗੇ। ਫਿਰ ਵਿਕਲਪੀ ਪ੍ਰਸ਼ਨ ਹੈ, ਉਹ ਤੁਸੀਂ ਆਪ ਟਿਕ ਕਰਨੇ ਹੈ, ਖਾਲੀ ਥਾਵਾਂ ਵੀ ਅਤੇ ਸਹੀ ਗਲਤ ਵੀ। 6 ਪ੍ਰਸ਼ਨ ਉੱਤਰ ਹੈ। ਮਨੁੱਖ ਨੂੰ ਸਮਾਜਿਕ ਪ੍ਰਾਣੀ ਕਿਉਂ ਕਿਹਾ ਜਾਂਦਾ ਹੈ, ਮੈਂ ਤੁਹਾਨੂੰ ਟਿਕ ਲਵਾਈ ਸੀ। ਸਮਾਜ ਦੀ ਮੁੱਢਲੀ ਇਕਾਈ ਪਰਿਵਾਰ ਹੈ। ਕਬੀਲੇ ਦੇ ਅਤੇ ਸ਼ਹਿਰੀ ਜੀਵਨ ਵਿੱਚ ਕੀ ਅੰਤਰ ਹੈ? ਕਬੀਲੇ ਦੇ ਲੋਕ ਇੱਧਰ ਉੱਧਰ ਫਿਰਦੇ ਹਨ। ਸ਼ਹਿਰੀ ਜੀਵਨ ਹੈ ਜੋ ਉਹਦੇ ਵਿੱਚ ਚੀਜ਼ਾਂ ਮਿਲਦੀਆਂ, ਉਹ ਦੂਜਿਆਂ 'ਤੇ ਡਿਪੈਂਡ ਕਰਦੇ ਹੈ, ਉਹ ਟਿਕ ਕੇ ਰਹਿੰਦੇ ਆ। ਉਹ ਸਾਰੇ ਡਿਫਰੈਂਸ ਤੁਸੀਂ ਆਪ ਬਣਾ ਕੇ ਲਿਖਣੇ। ਸਮਾਜ ਮਨੁੱਖ ਲਈ ਕਿਉਂ ਜ਼ਰੂਰੀ ਹੈ? ਇੱਕ ਤਾਂ ਸਾਡੀ ਮੈਂਟਲ ਹੈਲਥ ਲਈ, ਮਤਲਬ ਅਸੀਂ ਆਪਦੇ ਵਿਚਾਰ ਵਟਾਂਦਰਾ ਕਰਨੀ ਹੁੰਦੀ ਹੈ। ਦੂਸਰੀ ਸਾਡੀਆਂ ਆਪਦੀਆਂ ਲੋੜਾਂ ਲਈ। ਕੁਦਰਤੀ ਵਾਤਾਵਰਣ 'ਤੇ ਦੱਸੋਗੇ ਕਿ ਕੁਦਰਤੀ ਵਾਤਾਵਰਣ ਕਿਹੋ ਜਿਹਾ, ਜਿਹੜਾ ਆਪਾਂ ਹੁਣੇ ਕੀਤਾ ਸੀ ਪਹਾੜ ਪਠਾਰ ਅਤੇ ਮੈਦਾਨਾਂ ਬਾਰੇ ਵੱਖਰੇਵਾਂ ਹੁੰਦਾ ਹੈ। ਠੀਕ ਹੈ, ਇਸ ਬਾਰੇ ਲਿਖੋਗੇ। ਫਿਰ ਮਨੁੱਖ ਦਾ ਬਾਕੀ ਸਜੀਵਾਂ ਤੋਂ ਮੁੱਖ ਅੰਤਰ ਕੀ ਹੈ? ਮੁੱਖ ਅੰਤਰ ਇਹ ਹੈ ਕਿ ਮਨੁੱਖ ਨੂੰ ਇੱਕ ਸੋਚ ਸ਼ਕਤੀ ਪਰਮਾਤਮਾ ਨੇ ਪ੍ਰਦਾਨ ਕੀਤੀ ਹੈ ਜੋ ਕਿਸੇ ਹੋਰ ਜੀਵ ਕੋਲ ਨਹੀਂ ਹੈ। ਇਹ ਚੈਪਟਰ ਬੇਟਾ ਤੁਸੀਂ ਪੂਰਾ ਰਿਵਾਈਜ਼ ਕਰ ਲਓ ਤਾਂ ਕਿ ਤੁਹਾਡੇ ਟੀਚਰਸ ਨੂੰ ਵੀ ਈਜ਼ੀ ਹੋ ਜਾਏ ਤੁਹਾਨੂੰ ਕਰਵਾਉਣਾ। ਥੈਂਕ ਯੂ ਸੋ ਮਚ ਐਵਰੀਵਨ।